सो लेट मी स्टार्ट। सो क्लासिकल गैस की जिस वेले बेटा आप थर्मोडायनामिक्स स्टार्ट करते हैं तो उस वेले अपने को पता लगता है कि अपने को जी एंट्रोपी आती है दैट इज एक्सटेंसिव क्वांटिटी not a that is not extensive quantity। so जी s prime है is not equal to alpha of alpha times s के बराबर नहीं आता। so जी कि आनी चाहिए अगर बिकॉज जितना ਤੁਹਾਡਾ मटेरियल ਦਾ ਅਮਾਉਂਟ ਜ਼ਿਆਦਾ ਹੋਏਗਾ ਉਹਦੇ ਕੋਰਸਪੋਂਡਿੰਗ ਉਨਾ ਹੀ ਡਿਸਆਰਡਰ ਵੀ ਜ਼ਿਆਦਾ ਹੋਏਗਾ ਐਂਡ ਉਹਦੇ ਕੋਰਸਪੋਂਡਿੰਗ ਤੁਹਾਡੇ ਕੋਲ ਐਂਟਰੋਪੀ ਵੀ ਜ਼ਿਆਦਾ ਹੋਏਗੀ। ਸੋ ਇਸ ਕਰਕੇ ਅਗਰ ਤੁਸੀਂ ਆਪਣੀ ਐਂਟਰੋਪੀ ਨੰਬਰ ਆਫ ਪਾਰਟੀਕਲਸ ਜਾਂ ਵੋਲਿਊਮਸ ਨੂੰ ਤੁਸੀਂ ਕੀ ਕਰਦੇ ਹੋ ਅਲਫਾ ਟਾਈਮਸ ਕਰ ਦਿੰਦੇ ਹੋ ਤਾਂ ਤੁਹਾਡੇ ਕੋਲ ਕੋਰਸਪੋਂਡਿੰਗਲੀ ਅਲਫਾ ਟਾਈਮਸ ਤੁਹਾਡੇ ਕੋਲ ਐਂਟਰੋਪੀ ਆਣੀ ਚਾਹੀਦੀ ਹੈ ਲੇਕਿਨ ਉਹ ਤੁਹਾਡੇ ਕੋਲ ਨਹੀਂ ਆਉਂਦੀ। ठीक इस करके ਤੁਹਾਡੇ ਕੋਲ ਕੁਝ ਨਾ ਕੁਝ ਪ੍ਰੋਬਲਮਸ ਅਰਾਈਜ਼ ਹੁੰਦੀਆਂ ਜਿਹੜੀ ਐਂਟਰੋਪੀ ਜਿਹੜੀ ਹੈ ਅਗਰ ਨਹੀਂ ਤੁਹਾਡੇ ਕੋਲ ਐਕਸਟੈਂਸਿਵ ਨਹੀਂ ਆਉਂਦੀ ਬਿਕੋਜ਼ ਐਂਟਰੋਪੀ ਤੁਹਾਡੀ ਐਕਸਟੈਂਸਿਵ ਕੁਆਂਟੀਟੀ ਹੈ। ਇਸ ਚੀਜ਼ ਨੂੰ ਟੇਕ ਕੇਅਰ ਕਰਨ ਦੇ ਲਈ ਆਪਾਂ ਕੀ ਹੈ ਇਸ ਚੀਜ਼ ਨੂੰ ਗਿਬਸ ਪੈਰਾਡੌਕਸ ਕਿਹਾ ਜਾਂਦਾ ਹੈ। ਸੋ ਇਸ ਚੀਜ਼ ਨੂੰ ਆਪਾਂ ਟੇਕ ਕੇਅਰ ਕਰਨ ਦੇ ਲਈ ਕੁਝ ਟਰਮੀਨੋਲੋਜੀ ਇੰਟਰੋਡਿਊਸ ਕਰਦੇ ਹਾਂ ਜਿਹੜੀ ਕਿ ਫਿਲਹਾਲ ਦੀ ਘੜੀ ਕਲਾਸੀਕਲ ਆਈਡੀਅਲ ਗੈਸ ਹੋਣ ਕਰਕੇ ਆਪਾਂ ਇਸ ਸਟੇਟਮੈਂਟ ਦੇ ਵਿੱਚ ਇਨਕਲੂਡ ਨਹੀਂ ਕੀਤੀਆਂ ਹੋਈਆਂ ਜਿਹੜੀ ਆਪਾਂ ਲਿਖੀ ਹੈ ਕਿ ਥਰਮੋਡਾਇਨਾਮਿਕਸ ਆਫ ਏ ਨਾਨ ਰਿਲੇਟਿਵਿਸਟਿਕ ਕਲਾਸੀਕਲ ਮੋਨੋਐਟੋਮਿਕ ਆਈਡੀਅਲ ਗੈਸ। ठीक है सो इस चीज ਵਿੱਚ ਆਪਣੇ ਕੋਲ ਜਿਹੜੀ ਚੀਜ਼ਾਂ ਨਹੀਂ ਲਿਖੀਆਂ ਹੋਈਆਂ ਜਿਹੜੀਆਂ ਚੀਜ਼ਾਂ ਆਪਾਂ ਕਲਾਸੀਕਲ ਗੈਸ ਨੂੰ ਕਰਕੇ ਆਪਾਂ ਵਿੱਚ ਨਹੀਂ ਇੰਟਰੋਡਿਊਸ ਕੀਤੀਆਂ ਸੀ ਜਸਟ ਲਾਈਕ ਡਿਸਟਿੰਗੁਇਸ਼ੇਬਲ ਪਾਰਟੀਕਲ ਸੀਗੇ ਉਹ ਵਾਲਾ ਕਨਸੈਪਟ ਆਪਾਂ ਸਟਾਰਟਿੰਗ ਵਿੱਚ ਇੰਟਰੋਡਿਊਸ ਕੀਤਾ। ਲੇਕਿਨ ਹੁਣ ਜਿਹੜੇ ਇਲੈਕਟ੍ਰੋਨਸ ਹੈ ਜਾਂ ਨਿਊਕਲੀਅਨਸ ਹੁੰਦੇ ਆ ਨਿਊਟ੍ਰੋਨ ਪ੍ਰੋਟੋਨਸ ਹੁੰਦੇ ਆ ਉਹ ਸਾਰੇ ਇਨਡਿਸਟਿੰਗੁਇਸ਼ੇਬਲ ਹੈ। ਤੁਸੀਂ ਇਹ ਨਹੀਂ ਕਹਿ ਸਕਦੇ ਇੱਕ ਪ੍ਰੋਟੋਨ ਰੈੱਡ ਕਲਰ ਦਾ ਹੈ ਦੂਸਰਾ ਪ੍ਰੋਟੋਨ ਯੈਲੋ ਕਲਰ ਦਾ ਹੈ ਤੁਸੀਂ ਇਦਾਂ ਕਦੀ ਨਹੀਂ ਕਹਿ ਸਕਦੇ। ਸੋ ਆਲ ਦੀ ਨਿਊਟ੍ਰੋਨਸ ਪ੍ਰੋਟੋਨਸ ਐਂਡ ਇਲੈਕਟ੍ਰੋਨਸ ਆਰ ਆਇਡੈਂਟੀਕਲ ਸਾਰੇ ਦੇ ਸਾਰੇ ਇਲੈਕਟ੍ਰੋਨਸ ਦਾ ਫੇਸ ਜਿਹੜਾ ਹੋਏਗਾ ਇੱਕ ਹੀ ਤਰ੍ਹਾਂ ਦਾ ਹੋਏਗਾ। ਸਾਰੇ ਇਹ ਜਿਹੜੀ ਚੀਜ਼ਾਂ ਹੈ ਇਹ ਸਾਰੇ ਇੱਕੋ ਤਰ੍ਹਾਂ ਬਿਹੇਵ ਕਰਨਗੀਆਂ। ਸੋ ਅੱਜ ਆਪਾਂ ਗਿਬਸ ਪੈਰਾਡੌਕਸ ਦੀ ਰੈਜ਼ੋਲੂਸ਼ਨ ਦੇ ਉੱਪਰ ਗੱਲ ਕਰਾਂਗੇ। ਸੋ ਸਾਰੀ ਮੈਥਮੈਟਿਕਸ ਬੇਟਾ ਬੁੱਕ ਦੇ ਵਿੱਚ ਦਿੱਤੀ ਹੋਈ ਹੈ ਨੋਟਸ ਵਿੱਚ ਦਿੱਤੀ ਹੋਈ ਹੈ ਸੌਰੀ ਬੁੱਕ ਦੇ ਵਿੱਚ ਨਹੀਂ ਦਿੱਤੀ ਹੋਏਗੀ ਆਰ ਕੇ ਪਥਰੀਆ ਜਿਹੜੀ ਬੁੱਕ ਹੈ ਉਹ ਐਬਸਟਰੈਕਟ ਬੁੱਕ ਹੈ ਮਤਲਬ ਕੀ ਹੈ ਤੁਹਾਨੂੰ ਉਹਦੇ ਵਿੱਚ ਸਿਰਫ ਫਿਜ਼ਿਕਸ ਮਿਲੇਗੀ ਲਿਟਰੇਚਰ ਇਹ ਨਹੀਂ ਹੋਏਗਾ 2+2 = 4 ਕਰਕੇ ਉਹ ਕਦੀ ਨਹੀਂ ਦਿਖਾਉਂਦਾ। ਸੋ ਇਸ ਕਰਕੇ ਕਾਫੀ ਵਧੀਆ ਬੁੱਕ ਹੈ ਸਾਰੇ ਦੇ ਸਾਰੇ ਜਿਹੜੇ ਹੈਗੇ ਆ टीचर्स है वही इसी बुक को प्रेफर करते हैं काफी अच्छी बुक है लेकिन ਉਹਦੇ ਵਿੱਚ मैथमेटिकल ਤੁਸੀਂ सॉल्व मैथमेटिकल प्रोसीजर सॉल्व करके कहोगे अगर देगा तो वो चीज पॉसिबल नहीं है आर के पथरीਆ ਦੇ। सो गिब्स पैराडॉक्स ਆਪਾਂ ਫਾਈਂਡ ਆਊਟ ਕੀਤਾ ਹੈ ਬੇਟਾ ਐਸ ਦਾ ਆਪਾਂ ਫਾਈਂਡ ਆਊਟ ਕੀਤਾ ਸੀ ਉਹਦੇ ਵਿੱਚ ਆਪਾਂ ਅਲਫਾ ਟਾਈਮਸ ਵੋਲਿਊਮ ਐਂਡ ਅਲਫਾ ਟਾਈਮਸ ਨੰਬਰ ਆਫ ਪਾਰਟੀਕਲ ਇੰਟਰੋਡਿਊਸ ਕੀਤੇ ਸੀਗੇ ਸੋ ਦੈਟ ਆਪਾਂ ਸਿਸਟਮ ਨੂੰ ਇਵੋਲਵ ਕੀਤਾ ਸੀ ਐਂਡ ਅਲਟੀਮੇਟਲੀ ਅਲਫਾ ਟਾਈਮ ਐਸ ਆਪਣੇ ਕੋਲ ਨਹੀਂ ਆਇਆ ਸੀ। ਇਸ ਕਰਕੇ ਆਪਾਂ ਨੂੰ ਕੀ ਕੀਤਾ ਸੀ ਆਪਣੇ ਕੋਲ ਜਿਹੜਾ ਰਿਜ਼ਲਟ ਸੀ ਅਲਟੀਮੇਟਲੀ ਆਪਣੇ ਕੋਲ एंट्रोपी ਜਿਹੜੀ ਸੀ ਇਨਫਾਈਨਾਈਟ ਬਣਦੀ ਜਾ ਰਹੀ ਸੀ ਜਿੱਦਾਂ ਆਪਣੇ ਕੋਲ ਨੰਬਰ ਆਫ ਬਾਕਸਿਸ ਵਧ ਰਹੇ ਸੀ ਉਹਦੇ ਕੋਰਸਪੋਂਡਿੰਗ ਆਪਣੇ ਕੋਲ ਐਂਟਰੋਪੀ ਵਧ ਰਹੀ ਸੀ। ਸੋ ਇਹ ਚੀਜ਼ ਆਪਾਂ ਲਾਸਟ ਟਾਈਮ ਡਰਾਈਵ ਕਰ ਚੁੱਕੇ ਹਾਂ। ਸੋ ਇਹਦੇ ਬਾਰੇ ਆਪਾਂ ਕਾਫੀ ਗੱਲ ਕਰ ਚੁੱਕੇ ਹਾਂ। ਇਹ ਵਾਲਾ ਐਕਸਪ੍ਰੈਸ਼ਨ ਜਿਹੜਾ ਹੈ ਇਹ ਆਰ ਕੇ ਪਥਰੀਆ ਦੇ ਵਿੱਚ ਬੁੱਕ ਦੇ ਵਿੱਚ ਲਿਖਿਆ ਹੋਏਗਾ ਬਾਕੀ ਸਾਰਾ ਨਹੀਂ ਲਿਖਿਆ ਹੋਏਗਾ। ਸੋ ਡੈਲਟਾ ਆਫ s = ਸਮੇਸ਼ਨ nj_k multiplied by log of n by nj ਇਹ ਪ੍ਰੋਪਰ ਐਕਸਪ੍ਰੈਸ਼ਨ ਤੁਹਾਨੂੰ ਆਰ ਕੇ ਪਥਰੀਆ ਦੀ ਬੁੱਕ ਖੋਲੋਗੇ ਤਾਂ ਤੁਹਾਨੂੰ ਮਿਲ ਜਾਏਗਾ। ਬਾਕੀ ਲਿਟਰੇਚਰ ਹੋ ਸਕਦਾ ਤੁਹਾਨੂੰ ਮਿਲੇ ਜਾਂ ਨਾ ਮਿਲੇ। ਸੋ ਇਸ ਤੋਂ ਬਾਅਦ ਆਪਣੇ ਕੋਲ ਕੀ ਹੋਏਗਾ ਬੇਟਾ ਜਿਸ ਵੇਲੇ ਤੁਸੀਂ ਇਹਦੀ ਗੱਲ ਕਰਦੇ ਹੋ ਤਾਂ ਉਸ ਕੇਸ ਦੇ ਵਿੱਚ ਆਪਣੇ ਕੋਲ ਜਿਹੜੇ ਅਗਰ ਨੰਬਰ ਆਫ ਪਾਰਟੀਸ਼ਨਸ ਅਗਰ ਆਪਾਂ ਇੱਕ ਬਿਗਰ ਸਿਸਟਮ ਹੈ ਤਾਂ ਉਹਦੇ ਵਿੱਚ ਅਗਰ ਨੰਬਰ ਆਫ ਪਾਰਟੀਸ਼ਨਸ ਆਪਾਂ ਕਰਦੇ ਜਾਈਏ ਐਂਡ ਉਸ ਤੋਂ ਬਾਅਦ 1 by 1 ਇੱਕ ਆਪਾਂ ਜਿਹੜੀ ਪਾਰਟੀਸ਼ਨਸ ਨੂੰ ਰਿਮੂਵ ਕਰੀਏ ਤਾਂ ਅਲਟੀਮੇਟਲੀ ਆਪਣੇ ਕੋਲ ਕੀ ਆਏਗਾ ਐਂਟਰੋਪੀ ਚੇਂਜ ਦੈਟ ਵਿਲ ਬੀ ਸਮੇਸ਼ਨ ਓਵਰ ਦੀ ਇੰਡੀਵਿਜੂਅਲ ਬਾਕਸਿਸ ਜਿਹੜੇ ਆਪਣਾ ਟੋਟਲ ਬਾਕਸ ਸੀਗਾ ਉਹਦੇ ਜਿਹੜੇ ਛੋਟੇ ਕੰਪਾਰਟਮੈਂਟ ਸੀ ਉਹਨਾਂ ਦਾ ਸਾਰਾ ਦਾ ਸਮ ਹੋ ਜਾਏਗਾ। ਸੋ ਜਿਹੜੇ ਆਪਣੇ ਕੋਲ ਐਂਟਰੋਪੀ ਆਈ ਇਟ ਇਜ਼ ਡਿਪੈਂਡੈਂਟ ਔਨ ਦੀ ਨੰਬਰ ਆਫ ਕੰਪਾਰਟਮੈਂਟਸ। ਇਸ ਕਰਕੇ ਆਪਣੇ ਕੋਲ ਐਂਟਰੋਪੀ ਜਿਹੜੀ ਹੈ ਉਹ ਕੰਪਾਰਟਮੈਂਟ ਤੇ ਡਿਪੈਂਡ ਕਰੇਗੀ ਨਾ ਕਿ ਇੱਕ ਪਾਰਟਿਕੂਲਰ ਨੰਬਰ ਹੋਏਗਾ। ਸੋ ਇਸ ਕਰਕੇ ਆਪਣੇ ਕੋਲ ਜਿਹੜੀ ਐਂਟਰੋਪੀ ਦਾ ਚੇਂਜ ਆਏਗਾ एंट्रोपी ऑफ मिक्सिंग आएगी that is not in accordance with our previous measurements कि एंट्रोपी एक्सटेंसिव क्वांटिटी होती है मटेरियल के ऊपर डिपेंड करती है कंपार्टमेंट के ऊपर डिपेंड नहीं करनी चाहिए। so it should not be infinite quantity it should have some consistent number। so इस चीज को रिजॉल्व करने के लिए की कीता बेटा to resolve this paradox so ਆਪਾਂ start करते हैं आज का टॉपिक to resolve this paradox we use the fact that atom that quantum mechanics entities so that which are atomic or nuclear region so that when we consider a gas of n particles we have n identical quantum particles। so ਆਪਾਂ ਨੂੰ ਇਹ ਪਤਾ ਹੈ ਬੇਟਾ ਜਦੋਂ ਆਪਾਂ quantum mechanics ਦੀ ਗੱਲ ਕਰਦੇ ਹਾਂ when we talk about quantum mechanics we have electrons protons and neutrons which are quantum particles rather than classical particles। we have n identical quantum mechanical particles so total number of arrangement of these identical particles among themselves are n by n। so total part n factorial ਹੋਏਗਾ ਬੇਟਾ n ਲਿਖਿਆ ਹੋਇਆ। so ਅਗਰ ਆਪਣੇ ਕੋਲ 3 particles ਹੈ तो ਆਪਸ ਦੇ ਵਿੱਚ ਉਹ ਕਿਸ ਤਰ੍ਹਾਂ ਅਰੇਂਜ ਕਰ ਸਕਦੇ ਹੈ combination ਕਿਸ ਤਰ੍ਹਾਂ ਬਣ ਸਕਦੇ n factorial ਉਹਨਾਂ ਦੀ combination ਬਣ ਜਾਂਦੀ ਹੈ and we cannot distinguish these particles। so मैं ऑलरेडी दस चुका बेटा क्वांटम मैकेनिकल पार्टिकल ਜਿਹੜੇ ਹੈ ਉਹ ਸਾਰੇ ਇਨਡਿਸਟਿੰਗੁਇਸ਼ੇਬਲ ਹੁੰਦੇ ਆ
we can't differentiate between two neutrons or two protons ਇਸ ਕਰਕੇ ਆਪਣੇ ਕੋਲ ਕੀ ਹੋਏਗਾ ਕਿ ਜਿਹੜੇ ਆਪਣੇ ਕੋਲ internal combinations ਹੋਣਗੇ protons and neutrons ਦੇ ਉਹ ਆਪਣੇ ਕੋਲ insignificant ਹੋਣਗੇ and we need not consider all that stuff. So accordingly the number of microstates actually available is 1 by n factorial times the number of microstates for the distinguishable particles and hence ਆਪਣੇ ਕੋਲ ਕੀ ਹੋ ਜਾਏਗਾ ਆਪਣੇ ਕੋਲ ਜਿਹੜੀਆਂ ਟੋਟਲ ਨੰਬਰ ਆਫ ਮਾਈਕਰੋਸਟੇਟਸ ਜਿਹੜੀਆਂ ਆਪਾਂ ਡਰਾਈਵ ਕੀਤੀਆਂ ਸੀ all those combinations ਜਿਹੜੇ ਕਿ ਇੱਕ ਪਾਰਟਿਕੂਲਰ એનર્ਜੀ ਨੂੰ ਕੋਰਸਪੋਂਡ ਕਰਦੇ ਸੀ ਉਹ ਸਾਰੇ ਦੇ ਸਾਰੇ ਆਪਣੇ ਕੋਲ ਕੀ ਰਿਜ਼ਲਟ ਦੇਣਗੇ ਆਪਣੇ ਕੋਲ ਰਿਜ਼ਲਟ ਜਿਹੜੇ ਹੈ ਨੰਬਰ ਆਫ ਮਾਈਕਰੋਸਟੇਟਸ ਘਟ ਜਾਣਗੇ ਬਿਕੋਜ਼ ਆਪਣੇ ਕੋਲ ਕੀ ਹੋਏਗਾ ਪਾਰਟੀਕਲ ਡਿਸਟਿੰਗੁਇਸ਼ੇਬਲ ਨਹੀਂ ਹੈ ਆਪਾਂ ਰੈੱਡ ਐਂਡ ਬਲੂ ਨੂੰ ਡਿਫਰੈਂਸ਼ੀਏਟ ਨਹੀਂ ਕਰ ਸਕਦੇ ਇਸ ਕਰਕੇ r ਰੈੱਡ ਐਂਡ ਬਲੂ r into b ਐਂਡ ਬਲੂ into r ਇਹ ਸਾਰੇ ਦੇ ਸਾਰੇ ਜਿਹੜੇ ਦੋਨੋਂ ਕੇਸ ਹੈ ਇਹ ਆਪਣੇ ਆਇਡੈਂਟੀਕਲ ਹੋਣਗੇ ਇਸ ਕਰਕੇ ਆਪਾਂ ਇਹਨੂੰ 1 by n ਫੈਕਟੋਰੀਅਲ ਦੇ ਨਾਲ डिवाइड कर देंगे। हाँ जी बेटा शांति पांडे बोलो। सिर्फ पंकज के अंदर लिंक सेंड कर दो तो कनेक्ट नहीं हो रहा। ओके बेटा एक मिनट होल्ड रखो, लेट मी डू समथिंग। ਛੱਡ ਕੇ ਹੁਣ ਪੈ ਜੀ ਬੰਦਾ ਚੰਗਾ ਠੀਕ ਹੈ ਬੇਟਾ ਮੈਂ ਗਰੁੱਪ ਦੇ ਵਿੱਚ ਮੈਸੇਜ ਸੈਂਡ ਕਰ ਦਿੱਤਾ ਹੈ ਸੋ ਕਾਈਂਡਲੀ ਆਪਣੇ ਜਿਹੜੇ ਹੈਗੇ ਆ ਅਗਰ ਕਿਸੇ ਨੂੰ ਪ੍ਰੋਬਲਮ ਆ ਰਹੀ ਹੈ ਬੇਟਾ ਤੇ ਨਾਲ ਦੀ ਨਾਲ ਉਹਨੂੰ ਸੋਲਵ ਕਰ ਲਓ ਬਿਕਾਜ਼ ਮੈਂ ਗਰੁੱਪ ਦੇ ਵਿੱਚ ਮੈਸੇਜ ਭੇਜ ਦਿੱਤਾ ਸੋ ਅਗਰ ਕੋਈ ਪ੍ਰੋਬਲਮ ਆਦੀ ਤੁਹਾਨੂੰ ਦੱਸ ਦਿਓ ਠੀਕ ਹੈ ਬੇਟਾ ਸੋ ਆਪਾਂ ਲੈ ਦੁਬਾਰਾ ਅਗੇਨ ਸਟਾਰਟ ਕਰਦੇ ਉੱਥੋਂ ਜਿੱਥੋਂ ਆਪਾਂ ਕਰ ਰਹੇ ਸੀਗੇ ਸੋ ਆਪਾਂ ਗੱਲ ਕਰ ਰਹੇ ਸੀ ਬੇਟਾ ਕੁਆਂਟਮ ਮਕੈਨੀਕਲ ਪਾਰਟੀਕਲਸ ਦੀ ਸੋ ਆਪਣੇ ਕੋਲ ਅਗਰ ਆਇਡੈਂਟੀਕਲ ਪ੍ਰੋਟੋਨਸ ਹੈ ਆਇਡੈਂਟੀਕਲ ਨਿਊਟਰੋਨਸ ਐਗਜ਼ਿਸਟ ਕਰਦੇ ਸੋ ਵੀ ਕਾਂਟ ਡਿਫਰੈਂਸ਼ੀਏਟ ਬਿਟਵੀਨ ਰੈਡ ਪ੍ਰੋਟੋਨ ਐਂਡ ਬਲੂ ਪ੍ਰੋਟੋਨ ਸੋ ਆਪਣੇ ਕੋਲ r into b it will be equivalent to b into r so blue into red proton will be equal to red into blue proton ਦੇ ਬਰਾਬਰ ਹੋ ਜਾਏਗਾ ਇਸ ਕੇਸ ਇਸ ਕਰਕੇ ਆਪਣੇ ਕੋਲ ਕੀ ਹੋਏਗਾ ਅਗਰ ਆਪਣੇ ਕੋਲ n ਨੰਬਰ ਆਫ ਪ੍ਰੋਟੋਨਸ ਹੈ ਆਪਾਂ ਉਹਨਾਂ ਨੂੰ ਆਇਡੈਂਟੀਕਲ ਹੈ ਤਾਂ ਇਸ ਕੇਸ ਦੇ ਵਿੱਚ ਆਪਣੇ ਕੋਲ 1 by n ਫੈਕਟੋਰੀਅਲ ਦਾ ਫੈਕਟਰ ਆ ਜਾਏਗਾ ਇਸ ਵੇਲੇ ਆਪਾਂ ਨੰਬਰ ਆਫ ਮਾਈਕਰੋਸਟੇਟਸ ਬਣਾਉਣ ਦੀ ਗੱਲ ਕਰਾਂਗੇ ਸੋ ਯਾਦ ਰੱਖੋ ਬੇਟਾ ओमेगा किनु कोरेस्पोंड करेगा ओमेगा will be the number of microstates corresponding to hypersphere that is number of points lying on the surface of hypersphere and sigma will correspond to number of particles number of data points on the surface as well as inside the surface so ये अपने already पढ़ा हुआ है बेटा so 1 by n factorial ਦਾ ਫੈਕਟਰ ਆਪਣੇ ਕੋਲ ਇੱਥੇ ਅਰਾਈਜ਼ ਹੋ ਜਾਏਗਾ so this procedure those suggest that Gibbs is called Boltzmann correction to the number of microstates so Boltzmann correction है बेटा ਇਹ ਪ੍ਰੋਸੀਜਰ ਨੂੰ ਆਪਾਂ ਗਿਬਸ ਕਹਿੰਦੇ ਆ ਲੇਕਿਨ ਇਹ ਆਪਾਂ ਜਿਹੜਾ ਹੈਗਾ ਬੋਲਜ਼ਮੈਨ ਕਰੈਕਸ਼ਨ ਹੈ ਸੋ ਇਨ ਵਿਊ ਆਫ ਦਿਸ ਦੀ ਕਰੈਕਸ਼ਨ ਦੀ ਕਰੈਕਟ ਐਕਸਪ੍ਰੈਸ਼ਨ ਫॉर ਦੀ ਐਂਟਰੋਪੀ ਵਿਲ ਬੀ ਗਿਵਨ ਬਾਈ ਸੋ ਜਿਹੜਾ ਆਪਾਂ ਐਂਟਰੋਪੀ ਲਿਖੀ ਸੀ ਐਂਟਰੋਪੀ ਕੀ ਹੈ ਬੇਟਾ ਆਪਣੇ ਕੋਲ ਹੁੰਦੀ ਹੈ k log of omega ਦੇ ਬਰਾਬਰ ਹੁੰਦੀ ਹੈ ਇੱਥੇ ਗੱਲ omega ਦੀ ਜਗ੍ਹਾ ਆਪਾਂ ਕੀ ਲਿਖਾ ਬੇਟਾ ਕਰੈਕਟਡ ਐਂਟਰੋਪੀ ਤੇ ਉਹਦੇ ਕੋਈ ਕੋਰਸਪੋਂਡਿੰਗ ਆਪਣੇ ਕੋਲ ਕੀ ਆਏਗਾ ओमेगा ਦੀ ਜਗ੍ਹਾ ਆਪਾਂ ਸਿਗਮਾ ਲਿਖਿਆ ਹੋਇਆ ਹੈ ਐਂਡ c ਫॉर ਕਰੈਕਸ਼ਨ ਆ ਗਿਆ n ਫॉर ਦੀ ਨੰਬਰ ਆਫ ਪਾਰਟੀਕਲਸ ਆ ਗਿਆ ਠੀਕ ਹੈ ਜੀ ਸੋ ਇੱਥੇ ਆਪਣੇ ਕੋਲ ਕੀ ਆਏਗਾ ਬੇਟਾ ਉਹਦੇ ਕੋਰਸਪੋਂਡਿੰਗ ਆਪਾਂ ਇਹਨੂੰ ਲੈਮਡਾ ਦੇ ਨਾਲ ਵੀ ਲਿਖ ਸਕਦੇ ਹਾਂ whether it is a hypershell whether it is a total sphere whether it is a number of particles on the surface so omega sigma and ਆਪਣੇ ਕੋਲ ਕੀ ਆ ਗਿਆ ਲੈਮਡਾ ਇਹ ਸਾਰੇ ਫੈਕਟਰ ਸੇਮ ਹੀ ਹੋਣਗੇ ਸੋ ਆਪਣੇ ਕੋਲ ਕੀ ਆਏਗਾ ਬੇਟਾ k log of ਜਿਹੜਾ ਸਿਗਮਾ ਹੈ ਜਿਹੜਾ ਤੁਹਾਡੇ ਕੋਲ ਨੰਬਰ ਆਫ ਮਾਈਕਰੋਸਟੇਟਸ ਹੈ ਸੋ ਨੰਬਰ ਆਫ ਮਾਈਕਰੋਸਟੇਟਸ ਨੂੰ n ਫੈਕਟੋਰੀਅਲ ਦੇ ਨਾਲ ਆਪਾਂ ਡਿਵਾਈਡ ਕਰ ਦਾਂਗੇ ਸੋ ਯਾਦ ਰੱਖਿਓ ਬੇਟਾ ਜਿਹੜੀ ਕੁਆਂਟਮ ਮਕੈਨਿਕਸ ਹੈ ਕੁਆਂਟਮ ਮਕੈਨਿਕਸ ਬਹੁਤ ਲੇਟ ਇਵੋਲਵ ਹੋਈ ਹੈ ਲੇਕਿਨ ਜਿਹੜੀ ਸਟੈਟਿਸਟੀਕਲ ਮਕੈਨਿਕਸ ਹੈ ਉਹ ਬਹੁਤ ਪਹਿਲਾਂ ਹੀ ਇਵੋਲਵ ਹੋ ਚੁੱਕੀ ਸੀ ਐਂਡ ਇਹ ਜਿਹੜਾ ਆਪਾਂ ਅੱਜ ਦੀ ਡੇਟ ਵਿੱਚ ਦੇਖ ਰਹੇ ਹਾਂ ਇਹ ਸਾਰੇ ਦਾ ਸਾਰਾ ਪ੍ਰੋਸੀਜਰ ਕੁਆਂਟਮ ਮਕੈਨਿਕਸ ਤੋਂ ਪਹਿਲੇ ਦਾ ਲਿਖਿਆ ਹੋਇਆ ਹੈ ਇਸ ਕਰਕੇ ਕੁਆਂਟਮ ਮਕੈਨਿਕਸ ਦੇ ਕਨਸੈਪਟ ਜਿਹੜੇ ਤੁਸੀਂ ਅੱਜ ਦੀ ਡੇਟ ਵਿੱਚ ਪੜ੍ਹ ਰਹੇ ਹੋ ਉਹ ਸਾਰੇ ਲੇਟੈਸਟ ਸਟੇਜ ਵਿੱਚ ਇਵੋਲਵ ਹੋਏ ਹੈ ਸੋ ਇਸ ਤੋਂ ਆਪਣੇ ਕੋਲ ਕਾਫੀ ਸਾਰੀਆਂ ਚੀਜ਼ਾਂ ਇਵੋਲਵ ਹੋ ਜਾਂਦੀਆਂ ਕਾਫੀ ਸਾਰੀ ਚੀਜ਼ਾਂ ਪਤਾ ਲੱਗ ਜਾਂਦੀਆਂ ਕਿ ਕੁਆਂਟਮ ਮਕੈਨਿਕਸ ਕਿਸ ਤਰ੍ਹਾਂ ਇਵੋਲਵ ਹੋਈ ਹੈ ਜਾਂ ਐਚ ਕ੍ਰਾਸ ਦਾ ਕਨਸੈਪਟ ਕੀ ਹੈ ਸੈੱਲ ਦਾ ਕਨਸੈਪਟ ਕੀ ਹੈ मोमेंटम स्पेस पार्टिकल स्पेस फिजिकल स्पेस होगी तो आर्टिकल 3 डायमेंशनल स्पेस होगी वो किस तरह इवॉल्व हुई है उस सारा कांसेप्ट अपन ਨੂੰ ਇਹਦੇ ਵਿੱਚ ਪਤਾ ਲੱਗਦਾ ਰਹੇਗਾ ਸੋ ਆਪਾਂ ਇਹਨੂੰ ਸੋਲਵ ਕੀਤਾ ਬੇਟਾ k log of sigma ਆਏਗਾ log of m divided by log of n ਹੋ ਗਿਆ ਸੌਰੀ log of m divided by n log of m minus log of n ਦੇ ਬਰਾਬਰ ਹੋ ਜਾਏਗਾ ਇੱਥੇ ਆਪਣੇ ਕੋਲ ਬੇਟਾ ਨੰਬਰ ਆਫ ਪਾਰਟੀਕਲ ਕਾਫੀ ਜ਼ਿਆਦਾ ਹੋਣਗੇ ਇਸ ਕਰਕੇ ਆਪਣੇ ਕੋਲ n ਫੈਕਟੋਰੀਅਲ ਨੂੰ ਆਪਾਂ ਕੀ ਕਰਾਂਗੇ n log n minus n मतलब कि स्टर्लिंग फार्मूला लगाया जाएगा तो स्टैटिस्टिकल मैकेनिक्स ਦੇ ਵਿੱਚ ਇੱਕ ਚੀਜ਼ ਬਿਲਕੁਲ ਹਾਰਡ ਐਂਡ ਕੋਰ ਸਮਝ ਲਓ ਬੇਟਾ ਸਟਰਲਿੰਗ ਫਾਰਮੂਲਾ ਹਰ ਜਗ੍ਹਾ ਐਪਲੀਕੇਬਲ ਹੋਏਗਾ ਬਿਕੋਜ਼ ਆਪਣੇ ਕੋਲ ਨੰਬਰ ਆਫ ਪਾਰਟੀਕਲਸ ਜਿੱਥੇ ਜ਼ਿਆਦਾ ਹੈ ਆਪਣੇ ਕੋਲ ਸਟੈਟਿਸਟਿਕਲ ਮੈਕੈਨਿਕਸ ਉੱਥੇ ਹੀ ਲੱਗਦੀ ਹੈ ਸੋ k log of sigma minus k log of
k into n log of n plus nk हो गया बेटा ਇਹਦੇ ਵਿੱਚ। ਸੋ ਆਪਣੇ ਕੋਲ ਕਿਹੜਾ ਜਿਹੜਾ ਆਪਣੇ ਕੋਲ ਲਾਸਟ ਟਾਈਮ ਐਕਸਪ੍ਰੈਸ਼ਨ ਆਇਆ ਸੀ k into log of sigma minus k and log of n plus n into k। ਸੋ ਆਹ ਵਾਲੀ ਜਿਹੜੇ ਲਾਸਟ ਦੋ ਟਰਮਸ ਹੈਗੀਆਂ ਇਹ ਆਪਣੇ ਕੋਲ ਐਕਸਟਰਾ ਟਰਮਸ ਐਡ ਅਪ ਹੋ ਜਾਣਗੀਆਂ ਉਸ ਕੇਸ ਦੇ ਵਿੱਚ। ਠੀਕ ਹੈ ਜੀ। ਸੋ ਆਪਣੇ ਕੋਲ ਕੀ ਹੈ ਜਿਹੜੀ ਐਂਟਰੋਪੀ ਹੈ ਜਿਹੜੀ ਪ੍ਰੀਵੀਅਸਲੀ ਆਪਾਂ ਡਰਾਈਵ ਕੀਤੀ ਹੋਈ ਹੈ ਉਹਦੇ ਵਿੱਚ ਦੋ ਐਕਸਟਰਾ ਫੈਕਟਰ ਆਪਾਂ ਇਨਕਲੂਡ ਕਰਾਂਗੇ ਐਂਡ ਜਿਹੜੀ ਕਰੈਕਟਡ ਐਂਟਰੋਪੀ ਹੋਏਗੀ ਉਸ ਕੇਸ ਦੇ ਵਿੱਚ ਆਪਣੇ ਕੋਲ ਇਸ ਫਾਰਮ ਦੇ ਵਿੱਚ ਐਗਜ਼ਿਸਟ ਕਰੇਗੀ n into k log of v divided by n 4 pi m e by 3 n into s square raised to power 3 by 2 plus 5 by 2 n into k। ਹੁਣ ਤੁਸੀਂ ਚੈੱਕ ਕਰ ਸਕਦੇ ਹੋ ਬੇਟਾ ਅਗਰ ਤੁਸੀਂ n ਨੂੰ ਅਲਫਾ ਟਾਈਮ ਚੈੱਕ ਕਰਦੇ ਹੋ ਤਾਂ n into ਅਲਫਾ ਆ ਜਾਏਗਾ ਬੇਟਾ, v ਨੂੰ ਅਲਫਾ ਟਾਈਮ ਕਰੋਗੇ ਤਾਂ ਅਲਫਾ ਆ ਜਾਏਗਾ, n ਨੂੰ ਅਲਫਾ ਟਾਈਮ ਕਰੋਗੇ ਤਾਂ ਅਲਫਾ ਆ ਜਾਏਗਾ। ਸੋ ਅਲਫਾ ਦੇ ਨਾਲ ਅਲਫਾ ਕੈਨਸਲ ਹੋ ਗਿਆ ਬੇਟਾ, ਇੱਥੇ ਤੁਹਾਡੇ ਕੋਲ n into ਅਲਫਾ ਆ ਗਿਆ। ਸੋ ਅਲਫਾ ਟਾਈਮਸ ਆਟੋਮੈਟਿਕਲੀ ਬਾਹਰ ਆ ਜਾਏਗਾ। ਸੋ ਅਲਫਾ ਦਾ ਫੈਕਟਰ ਆਪਣੇ ਕੋਲ ਆਟੋਮੈਟਿਕਲੀ ਬਾਹਰ ਆ ਜਾਏਗਾ, ਇਸ ਕਰਕੇ ਆਪਾਂ ਨੂੰ ਇੱਥੇ ਪ੍ਰੋਬਲਮ ਨਹੀਂ ਆਏਗੀ। ਠੀਕ ਹੈ ਜੀ। ਸੋ ਇਹ ਚੀਜ਼ਾਂ ਤੁਹਾਡੇ ਕਲੀਅਰ ਹੋ ਜਾਣੇ ਚਾਹੀਦੀਆਂ। ਸੋ n into k log of v by n ਤੁਸੀਂ ਇਹਨੂੰ ਦੇਖ ਸਕਦੇ ਹੋ ਬੇਟਾ ਤੇ ਸਾਰੇ ਫੈਕਟਰ ਜਿਹੜੇ ਆ ਨਲੀਫਾਈ ਹੋ ਜਾਂਦੇ ਆ। ਠੀਕ ਹੈ ਜੀ। ਸੋ ਸ਼ੋ ਦੈਟ s of c is an extensive property that is ਤੁਹਾਡੇ ਕੋਲ ਜਿਹੜੀ ਕਰੈਕਟਰ ਐਂਟਰੋਪੀ ਹੈ ਇਹ ਅਗਰ n ਹੋਏ ਸਿਗਮਾ ਅਲਫਾ ਆਫ n ਹੈ ਐਂਡ ਅਲਫਾ ਆਫ v ਹੈ ਤੇ ਤੁਹਾਡੇ ਕੋਲ ਨਿਊਮੈਰੀਕਲ ਫਾਰਮ ਦੇ ਵਿੱਚ ਵੀ ਬੁੱਕ ਦੇ ਵਿੱਚ ਦਿੱਤਾ ਹੋਇਆ ਇਹਨੂੰ ਕਿਸ ਤਰ੍ਹਾਂ ਸੋਲਵ ਆਊਟ ਕਰਨਾ ਹੈ ਤੁਸੀਂ ਦੇਖ ਸਕਦੇ ਹੋ ਬੇਟਾ। ਸੋ ਤੁਹਾਡੇ ਕੋਲ ਜਿਹੜੀ ਇਹ ਵਾਲੀ ਐਂਟਰੋਪੀ ਹੈ ਇਹਨੂੰ ਸ਼ੈਕਵਾਰ ਟੈਟਰੋਡ ਇਕੁਏਸ਼ਨ ਕਿਹਾ ਜਾਂਦਾ ਹੈ। ਜਿਹੜੀ ਪਹਿਲੀ ਇਕੁਏਸ਼ਨ ਸੀ ਬੇਟਾ ਉਹਨੂੰ ਸ਼ੈਕਵਾਰ ਕਿਹਾ ਗਿਆ ਸੀ, ਨਾਓ ਇਟ ਇਜ਼ ਕਾਲਡ ਸ਼ੈਕਵਾਰ ਐਂਡ ਟੈਟਰੋਡ ਇਕੁਏਸ਼ਨ। ਸੋ ਅੱਜ ਦੇ ਨਾਲ ਹੀ ਬੇਟਾ ਇਹ ਵਾਲਾ ਟੌਪਿਕ ਆਪਣਾ ਕਵਰ ਹੁੰਦਾ ਹੈ। ਇਸ ਤੋਂ ਬਾਅਦ ਨੈਕਸਟ ਟਾਈਮ ਆਪਾਂ ਬੇਟਾ ਮੈਕੈਨੀਕਲ ਨਾਟ ਮੈਕੈਨੀਕਲ ਦਿਸ ਇਜ਼ ਮਾਈਕਰੋ ਕੈਨੋਨਿਕਲ ਐਨਸੈਂਬਲ ਦੀ ਗੱਲ ਕਰਾਂਗੇ। ਮਾਈਕਰੋ ਕੈਨੋਨਿਕਲ ਜਿਹੜਾ ਮਾਈਕਰੋ ਕੈਨੋਨਿਕਲ ਐਨਸੈਂਬਲ ਹੈ ਉਹਦੇ ਬਾਰੇ ਮੈਂ ਕੁਝ ਚੀਜ਼ਾਂ ਹੁਣੇ ਦੱਸ ਦਿੰਦੇ। ਸੋ ਮਾਈਕਰੋ ਕੈਨੋਨਿਕਲ ਐਨਸੈਂਬਲ ਕੀ ਹੋਏਗਾ, ਇਟ ਵਿਲ ਬੀ ਹੈਵਿੰਗ ਰਿਜਿਡ ਵਾਲਸ, ਇਟ ਇਜ਼ ਅ ਆਈਡੀਅਲ ਸਿਸਟਮ ਜਿਹਦੇ ਵਿੱਚ ਕੀ ਆ ਆਪਾਂ ਸਰਾਊਂਡਿੰਗ ਦੇ ਨਾਲ ਕੁਝ ਵੀ ਐਕਸਚੇਂਜ ਨਹੀਂ ਕਰਦੇ ਐਂਡ ਨਾ ਹੀ ਨੰਬਰ ਆਫ ਪਾਰਟੀਕਲ ਐਕਸਚੇਂਜ ਕਰਾਂਗੇ, ਨਾ ਹੀ ਆਪਾਂ ਵੋਲਿਊਮ ਐਕਸਚੇਂਜ ਕਰਾਂਗੇ, ਨਾ ਹੀ ਇੱਥੇ ਆਪਾਂ એનર્ਜੀ ਐਕਸਚੇਂਜ ਕਰਾਂਗੇ। ਬਿਲਕੁਲ ਹੀ ਆਈਸੋਲੇਟਡ ਆਪਣੇ ਕੋਲ ਸਿਸਟਮ ਜਿਹਾ ਹੋਏਗਾ, ਉਹਦੇ ਨਾਲ ਹੀ ਆਪਣੇ ਕੋਲ ਕਾਫੀ ਚੀਜ਼ਾਂ ਇਵੋਲਵ ਹੋ ਜਾਣਗੀਆਂ। ਸੋ ਨੈਕਸਟ ਟਾਈਮ ਆਪਾਂ ਚੈੱਕ ਕਰਾਂਗੇ ਬੇਟਾ ਕਿ ਕਿਸ ਤਰ੍ਹਾਂ ਸਿਸਟਮ ਡੀਲ ਹੁੰਦਾ ਹੈ। ਸੋ ਵੀ ਕੈਨ ਹੈਵ 10 to 15 ਮਿੰਟਸ ਬ੍ਰੇਕ, ਉਸ ਤੋਂ ਬਾਅਦ ਆਪਾਂ ਨਿਊਕਲੀਅਰ ਫਿਜ਼ਿਕਸ ਸਟਾਰਟ ਕਰਾਂਗੇ। ਅਗਰ ਕੋਈ ਡਾਊਟਸ ਵਗੈਰਾ ਹੈਗੇ ਆ ਤਾਂ ਡਿਸਕਸ ਕਰ ਸਕਦੇ ਹੋ, ਅਗਰ ਕੋਈ ਹੋਰ ਤਰ੍ਹਾਂ ਦੇ ਡਾਊਟਸ ਹੈਗੇ ਜਿਸ ਤਰ੍ਹਾਂ ਤੁਹਾਡੇ ਐਗਜ਼ਾਮੀਨੇਸ਼ਨ ਦੇ ਡਾਊਟਸ ਹੈਗੇ ਤਾਂ ਵੀ ਪੁੱਛ ਲਿਓ ਬੇਟਾ।